ਅੱਜ ਆਪਾਂ ਰਾਊਟਿੰਗ ਐਲਗੋਰਿਥਮ ਬਾਰੇ ਗੱਲ ਕਰਾਂਗੇ। ਜੋ ਆਪਣੀ ਨੈਟਵਰਕ ਲੇਅਰ ਹੁੰਦੀ ਆ, ਨੈਟਵਰਕ ਲੇਅਰ ਦਾ ਮੁੱਖ ਫੰਕਸ਼ਨ ਜਾਂ ਮੁੱਖ ਕੰਮ ਕੀ ਹੁੰਦਾ ਗਾ, ਜਿਹੜੇ ਇਸ 'ਤੇ ਪੈਕਟ ਹੁੰਦੇ ਆ ਸੋਰਸ ਮਸ਼ੀਨ ਤੋਂ ਡੈਸਟੀਨੇਸ਼ਨ ਮਸ਼ੀਨ ਦੇ ਤੱਕ, ਜੋ ਆਪਣੇ ਪੈਕਟ ਹੁੰਦੇ ਹੈਗੇ ਉਹਨਾਂ ਨੂੰ ਰਾਊਟ ਕਿਸ ਤਰ੍ਹਾਂ ਕਰਨਾ। ਰਾਊਟਿੰਗ ਦਾ ਕੰਮ ਕੀ ਹੁੰਦਾ ਗਾ, ਜੋ ਆਪਣੀ ਨੈਟਵਰਕ ਲੇਅਰ ਹੁੰਦੀ ਆ, ਇਸ ਦਾ ਮੇਨ ਕੰਮ ਹੁੰਦਾ ਗਾ। ਹੁਣ ਜ਼ਿਆਦਾਤਰ ਜਿਹੜੇ ਆਪਣੇ ਸਬਨੈਟ ਹੋਣਗੇ, ਸਬਨੈਟ ਮਤਲਬ ਇੱਕ ਨੈਟਵਰਕ ਦੇ ਵਿੱਚ ਕਿੰਨੇ ਆਪਣੇ ਸਮਾਲ ਨੈਟਵਰਕ ਹੋਣਗੇ। ਹੁਣ ਜਿਹੜੇ ਜ਼ਿਆਦਾਤਰ ਸਬਨੈਟ ਹੁੰਦੇ ਆ ਉਹਦੇ ਵਿੱਚ ਕੀ ਹੁੰਦਾ ਗਾ, ਜਿਹੜੇ ਆਪਣੇ ਪੈਕਟ ਹੁੰਦੇ ਹੈਗੇ ਉਹਨਾਂ ਨੂੰ ਮਲਟੀਪਲ ਹੌਪਸ ਕਹਿ ਸਕਦੇ ਆਪਾਂ, ਮਲਟੀਪਲ ਛੋਟੇ ਛੋਟੇ ਨੈਟਵਰਕ ਦੇ ਰਾਹੀਂ ਕੀ ਕਰਨਾ ਪੈਂਦਾ ਗਾ, ਜਿਹੜੀ ਆਪਣੀ ਦੂਰੀ ਹੈਗੀ ਉਹ ਤੈਅ ਕਰਨੀ ਪੈਂਦੀ ਹੈਗੀ। ਹੁਣ ਜਿਹੜਾ ਆਪਣਾ ਇਹ ਰਾਊਟਿੰਗ ਐਲਗੋਰਿਥਮ ਹੁੰਦਾ ਗਾ, ਇਸ ਐਲਗੋਰਿਥਮ ਨੇ ਕੀ ਕਰਨਾ ਗਾ, ਜਿਹੜਾ ਰੂਟ ਹੁੰਦਾ ਗਾ, ਜਦੋਂ ਵੀ ਸੋਰਸ ਤੋਂ ਡੈਸਟੀਨੇਸ਼ਨ ਤੱਕ ਜਾਣਾ ਗਾ, ਜਿਹੜਾ ਇੱਕ ਹੋਪ ਤੋਂ ਦੂਜੀ ਹੋਪ ਤੱਕ ਰੂਟ ਹੋਊਗਾ ਉਹ ਚੁਣਨਾ ਹੁੰਦਾ ਗਾ। ਅਤੇ ਉਸ ਤੋਂ ਬਾਅਦ ਜੋ ਵੀ ਡਾਟਾ ਸਟਰਕਚਰ ਉਹਨਾਂ ਨੂੰ ਲੋੜ ਪਵੇਗੀ ਨੈਟਵਰਕ ਲੇਅਰ ਦੇ ਡਿਜ਼ਾਈਨ ਦੇ ਵਿੱਚ, ਉਹਨਾਂ ਦੀ ਮਦਦ ਦੇ ਨਾਲ ਕੀ ਕਰਨਾ ਗਾ, ਰਾਊਟਿੰਗ ਐਲਗੋਰਿਥਮ ਨੇ ਹੀ ਫੋਲੋ ਕਰਨਾ ਗਾ। ਰਾਊਟਿੰਗ ਐਲਗੋਰਿਥਮ ਦੇ ਵਿੱਚ ਜੋ ਆਪਣੀ ਨੈਟਵਰਕ ਲੇਅਰ ਹੁੰਦੀ ਹੈਗੀ, ਇਸ ਦੀ ਮੇਨ ਕੰਮ ਕੀ ਹੁੰਦਾ, ਇਸ ਦਾ ਮੇਨ ਕੰਮ ਹੁੰਦਾ ਗਾ ਵੀ ਜਦੋਂ ਇੱਕ ਪੈਕਟ ਇੱਕ ਨੈਟਵਰਕ ਦੇ ਉੱਪਰ ਆ ਗਿਆ, ਉਸ ਤੋਂ ਬਾਅਦ ਇਸਨੇ ਜਿਹੜੀ ਆਊਟਪੁੱਟ ਲਾਈਨ ਆ ਇੱਕ ਨੈਟਵਰਕ ਦੇ ਵਿੱਚ ਇੱਕ ਪੈਕਟ ਦੇ ਆਉਣ ਤੋਂ ਬਾਅਦ ਜਿਹੜੀ ਕਿਹੜੀ ਆਊਟਪੁੱਟ ਲਾਈਨ ਦੇ ਰਾਹੀਂ ਇਸਨੇ ਕੀ ਕਰਨਾ, ਇੱਕ ਪੈਕਟ ਨੇ ਬਾਹਰ ਜਾਣਾ ਹੈਗਾ। ਹੁਣ ਜਿਹੜਾ ਇੱਕ ਆਪਣਾ ਸਬਨੈਟ ਹੈਗਾ, ਉਹ ਜੇਕਰ ਡਾਟਾਗ੍ਰਾਮਸ ਅਪਰੋਚ ਫੋਲੋ ਕਰ ਰਿਹਾ ਇੰਟਰਨਲੀ, ਤਾਂ ਫਿਰ ਜਿਹੜੀ ਇਹ ਆਪਣੀ ਡਿਸੀਜਨ ਹੋਏਗੀ ਵੀ ਇਸ ਤੋਂ ਅਗਲਾ ਰਾਊਟ ਕਿਹੜਾ ਫੋਲੋ ਕਰਨਾ ਗਾ, ਉਹ ਹਰੇਕ ਵਾਰ ਕੀ ਹੋਵੇਗੀ, ਨਵੀਂ ਬਣਾਈ ਜਾਏਗੀ। ਹਰੇਕ ਵਾਰ ਆਪਾਂ ਜਦੋਂ ਵੀ ਆਪਾਂ ਇੱਕ ਨੈਟਵਰਕ ਤੋਂ ਦੂਜੇ ਨੈਟਵਰਕ ਤੱਕ ਪਹੁੰਚਾਂਗੇ ਤਾਂ ਹਰੇਕ ਵਾਰ ਜਿਹੜਾ ਆਪਣਾ ਰੂਟ ਹੈਗਾ ਉਹ ਨਵੇਂ ਸਿਰੇ ਤੋਂ ਤਿਆਰ ਕੀਤਾ ਜਾਵੇਗਾ। ਪਰ ਜੇਕਰ ਜਿਹੜਾ ਆਪਣਾ ਸਬਨੈਟ ਆ ਉਹ ਵਰਚੁਅਲ ਸਰਕਟ ਫੋਲੋ ਕਰ ਰਿਹਾ ਹੈਗਾ, ਤਾਂ ਫਿਰ ਕੀ ਹੋਊਗਾ, ਜਿਹੜੇ ਆਪਣੇ ਰੂਟਿੰਗ ਡਿਸੀਜਨ ਹੈਗੇ ਇਹ ਸਿਰਫ ਉਦੋਂ ਹੀ ਲਏ ਜਾਣਗੇ ਜਦੋਂ ਸਟਾਰਟਿੰਗ ਦੇ ਵਿੱਚ ਆਪਣਾ ਸਰਕਟ ਤਿਆਰ ਹੋਵੇਗਾ ਬਣ ਕੇ, ਨਾ ਕਿ ਹਰੇਕ ਵਾਰ ਜਦੋਂ ਵੀ ਜਿਹੜੀ ਆਪਣੇ ਪੈਕਟ ਆ ਇੱਕ ਹੋਪ ਤੋਂ ਦੂਜੀ ਹੋਪ ਤੱਕ ਜਾ ਰਿਹਾ ਜਾਂ ਇੱਕ ਛੋਟੇ ਨੈਟਵਰਕ ਤੋਂ ਦੂਜੇ ਸਬਨੈਟ ਤੱਕ ਜਾ ਰਿਹਾ ਹੈਗਾ। ਹੁਣ ਜਿਹੜਾ ਆਪਣਾ ਦੂਸਰਾ ਕੇਸ ਆ, ਜਿਹਦੇ ਵਿੱਚ ਮਤਲਬ ਸਿਰਫ ਇੱਕ ਵਾਰ ਹੀ ਜਿਹੜਾ ਆਪਣਾ ਨੈਟਵਰਕ ਤਿਆਰ ਹੁੰਦਾ, ਇੱਕ ਵਾਰੀ ਆਪਣੇ ਰੂਟ ਤਿਆਰ ਹੁੰਦੇ ਹੈਗੇ, ਉਸਨੂੰ ਸੈਸ਼ਨ ਰੂਟਿੰਗ ਵੀ ਕਿਹਾ ਜਾਂਦਾ ਹੈਗਾ। ਸੈਸ਼ਨ ਰੂਟਿੰਗ, ਕਿਉਂਕਿ ਇਹਦੇ ਵਿੱਚ ਹੁਣ ਕੀ ਹੁੰਦਾ ਗਾ, ਜਿਹੜਾ ਆਪਣਾ ਇੱਕ ਰੂਟ ਹੁੰਦਾ ਗਾ, ਇੱਕ ਜਿਹੜਾ ਰੂਟ ਹੁੰਦਾ ਉਹ ਕੀ ਹੁੰਦਾ, ਇਹ ਇੱਕ ਯੂਜ਼ਰ ਇੰਟਾਇਰ ਯੂਜ਼ਰ ਸੈਸ਼ਨ ਦੇ ਦੌਰਾਨ ਕੀ ਹੁੰਦਾ ਗਾ, ਰਹਿੰਦਾ ਗਾ, remains in force for an entire user session। ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ ਰੂਟਿੰਗ ਦੀ, ਤਾਂ ਇਹਦੇ ਵਿੱਚ ਆਪਾਂ ਨੂੰ ਦੋ ਵਰਡ ਹੁੰਦੇ ਆ, ਇੱਕ ਹੁੰਦਾ ਗਾ ਰਾਊਟਿੰਗ, ਇੱਕ ਹੁੰਦਾ ਗਾ ਫੋਰਵਰਡਿੰਗ। ਇਹਨਾਂ ਦੋਨਾਂ ਦੇ ਵਿੱਚ ਆਪਾਂ ਨੂੰ ਡਿਫਰੈਂਸ ਤਾਂ ਪਤਾ ਹੋਣਾ ਚਾਹੀਦਾ ਗਾ। ਜਦੋਂ ਵੀ ਆਪਣਾ ਇੱਕ ਰੂਟਰ ਦੀ ਆਪਾਂ ਗੱਲ ਕਰ ਰਹੇ ਹਾਂ, ਰੂਟਰ ਦੇ ਵਿੱਚ ਆਪਣੇ ਕੋਲ ਦੋ ਪ੍ਰੋਸੈਸ ਹੁੰਦੀਆਂ ਨੇਗੀਆਂ। ਪਹਿਲੀ ਦਾ ਕੰਮ ਕੀ ਹੁੰਦਾ ਗਾ, ਪਹਿਲੀ ਦਾ ਕੰਮ ਹੁੰਦਾ ਗਾ ਜਦੋਂ ਵੀ ਇੱਕ ਆਪਣਾ ਪੈਕਟ ਇਸ ਆਪਣੇ ਰੂਟਰ ਦੇ ਕੋਲ ਪਹੁੰਚਿਆ ਗਾ, ਤਾਂ ਉਸਨੇ ਉਸ ਪੈਕਟ ਨੂੰ ਹੈਂਡਲ ਕਰਨਾ ਗਾ। ਉਸ ਤੋਂ ਬਾਅਦ ਉਸਨੇ ਦੇਖਣਾ ਗਾ ਵੀ ਜਿਹੜਾ ਮਤਲਬ ਰੂਟਿੰਗ ਟੇਬਲ ਹੋਣਗੇ ਉਹਦੇ ਕੋਲ, ਉਹਨਾਂ ਦੀ ਮਦਦ ਨਾਲ ਦੇਖਣਾ ਵੀ ਹੁਣ ਜਦੋਂ ਇਹ ਆਪਣਾ ਪੈਕਟ ਆਪਣੇ ਕੋਲ ਇੱਥੇ ਆ ਰਿਹਾ ਗਾ, ਪੈਕਟ ਪਹੁੰਚ ਗਿਆ, ਉਸ ਤੋਂ ਬਾਅਦ ਇਸਨੇ ਆਊਟਪੁੱਟ ਮਤਲਬ ਕਿਹੜੀ ਆਊਟਗੋਇੰਗ ਲਾਈਨ ਦੇ ਰਾਹੀਂ ਇਸ ਤੋਂ ਬਾਹਰ ਜਾਣਾ ਗਾ। ਇਹ ਪ੍ਰੋਸੈਸ ਹੁੰਦੀ ਹੈ ਜਿਹੜੀ ਜਿਸਨੇ ਕੀ ਕਰਨਾ, ਪਹਿਲਾਂ ਪੈਕਟ ਨੂੰ ਮਤਲਬ ਹੈਂਡਲ ਕਰਨਾ, ਉਸ ਤੋਂ ਬਾਅਦ ਦੇਖਣਾ ਵੀ ਜਿਹੜਾ ਪੈਕਟ ਆ ਉਸਨੇ ਬਾਹਰ ਕਿਸ ਲਾਈਨ ਦੇ ਰਾਹੀਂ ਜਾਣਾ ਹੈਗਾ, ਇਸ ਨੈਟਵਰਕ ਤੋਂ, ਇਸ ਸਬਨੈਟ ਤੋਂ ਬਾਹਰ ਕਿਸ ਲਾਈਨ ਰਾਹੀਂ ਜਾਣਾ, ਉਸਨੂੰ ਕੀ ਕਹਿੰਦੇ ਹੈਗੇ, ਇਸ ਪ੍ਰੋਸੈਸ ਨੂੰ ਫੋਰਵਰਡਿੰਗ ਕਿਹਾ ਜਾਂਦਾ। ਹੁਣ ਜਿਹੜੀ ਦੂਸਰੀ ਪ੍ਰੋਸੈਸ ਹੁੰਦੀ ਹੈਗੀ ਇਸ ਦੇ ਵਿੱਚ, ਰੂਟਰ ਦੇ ਵਿੱਚ, ਉਹਦਾ ਕੰਮ ਕੀ ਹੁੰਦਾ, ਇਹ ਹੁੰਦੀ ਆਪਣੀ ਰਿਸਪੌਂਸੀਬਲ ਹੁੰਦੀ ਹੈ ਕਿ ਜਿਹੜਾ ਵੀ ਆਪਣੇ ਰੂਟਿੰਗ ਟੇਬਲ ਨੇਗੇ ਉਹਨਾਂ ਦੀ ਵੈਲਿਊ ਫਿਲ ਕਰਨ ਦੇ ਵਿੱਚ ਅਤੇ ਅਪਡੇਟ ਕਰਨ ਦੇ ਵਿੱਚ। ਇੱਕ ਰੂਟਰ ਦੇ ਕੋਲ ਬਹੁਤ ਸਾਰੇ ਰੂਟਿੰਗ ਟੇਬਲ ਹੋਣਗੇ ਜਿਨ੍ਹਾਂ ਦੀ ਮਦਦ ਨਾਲ ਉਹਨੂੰ ਦੇਖਣਾ ਵੀ ਜੇਕਰ ਜਿਹੜਾ ਆਪਣੀ ਇੱਕ ਆਪਣਾ ਪੈਕਟ ਆ ਉਸਨੇ ਏ ਸਿਸਟਮ ਤੋਂ ਬੀ ਸਿਸਟਮ ਤੱਕ ਜਾਣਾ, ਤਾਂ ਉਸਨੂੰ ਕਿਹੜੇ ਕਿਹੜੇ ਰੂਟ ਇਸਨੂੰ ਫੋਲੋ ਕਰਨੇ ਚਾਹੀਦੇ ਨੇ। ਉਹਨਾਂ ਵਿੱਚੋਂ ਸਭ ਤੋਂ ਵਧੀਆ ਵੀ ਹੋ ਸਕਦਾ, ਸਭ ਤੋਂ ਮਤਲਬ ਜਿਸ 'ਤੇ ਵੱਧ ਟਾਈਮ ਲੱਗਦਾ, ਵਰਸਟ ਕੇਸ ਵੀ ਇਹਦੇ ਵਿੱਚ ਹੀ ਸ਼ਾਮਿਲ ਹੋਵੇਗਾ। ਤਾਂ ਹੁਣ ਦੂਸਰਾ ਕੇਸ 'ਤੇ ਕੀ ਹੁੰਦਾ ਗਾ, ਦੂਸਰੇ ਕੇਸ ਨੇ ਦੇਖਣਾ ਗਾ ਕਿ ਇਸਨੇ ਕੀ ਕੰਮ ਕਰਨਾ ਗਾ, ਇਹਨੇ ਜਿਹੜਾ ਵੀ ਆਪਣੇ ਰੂਟਿੰਗ ਟੇਬਲ ਹੋਣਗੇ, ਰੂਟਿੰਗ ਟੇਬਲ ਉਹਨਾਂ ਨੂੰ ਫਿਲ ਕਰਨਾ, ਫਿਲ ਅਪ ਐਂਡ
ਅਪਡੇਟ ਕਰਨਾ ਹੈਗਾ। ਹੁਣ ਇਹੀ ਜਗ੍ਹਾ ਹੈਗੀ ਜਿੱਥੇ ਆਪਣੇ ਜਿਹੜੇ ਰੂਟਿੰਗ ਐਲਗੋਰਿਥਮ ਨੇ ਉਹ ਆਪਣਾ ਰੋਲ ਨੇ ਪਲੇ ਕਰ ਰਿਹਾ, ਜਿੱਥੇ ਉਹ ਆਪਣੇ ਰੂਟਿੰਗ ਐਲਗੋਰਿਥਮ ਕੰਮ ਆਉਂਦੇ ਆ। ਹੁਣ ਜਦੋਂ ਵੀ ਮਤਲਬ ਜੇ ਗੱਲ ਕਰੀਏ ਵੀ ਆਪਾਂ ਰੂਟਿੰਗ ਐਲਗੋਰਿਥਮ ਦੀ, ਜਦੋਂ ਵੀ ਆਪਾਂ ਰੂਟ ਚੂਜ਼ ਕਰਨਾ ਹੈਗਾ, ਚਾਹੇ ਰੂਟ ਕਿਸੇ ਪ੍ਰਕਾਰ ਨਾਲ ਹੋਵੇ, ਚਾਹੇ ਆਪਣਾ ਰੂਟ ਸਟਾਰਟਿੰਗ ਦੇ ਵਿੱਚ ਹੀ ਚੂਜ਼ ਕੀਤਾ ਗਿਆ ਹੋਵੇ, ਚਾਹੇ ਉਹ ਨਾਲ ਦੀ ਨਾਲ ਹੀ ਕਰੰਟ ਟਾਈਮ 'ਤੇ ਚੂਜ਼ ਕੀਤਾ ਜਾਵੇ। ਕੁਝ ਜਿਹੜੀਆਂ ਮਤਲਬ ਪ੍ਰੋਪਰਟੀ ਨੇਗੀਆਂ ਉਹ ਡਿਜ਼ਾਇਰੇਬਲ ਹੁੰਦੀਆਂ ਨੇ ਹਰੇਕ ਰੂਟਿੰਗ ਐਲਗੋਰਿਥਮ ਦੇ ਲਈ, ਜਿਸ ਤਰ੍ਹਾਂ ਕਿ ਕਰੈਕਟਨੈਸ ਹੋ ਗਈ, ਸਿੰਪਲੀਸਿਟੀ ਹੋ ਗਈ, ਆਸਾਨੀ। ਰੋਬਸਟਨੈਸ ਦਾ ਮਤਲਬ ਕੀ ਹੈਗਾ? ਰੋਬਸਟਨੈਸ ਦਾ ਮਤਲਬ ਹੁੰਦਾ ਹੈਗਾ ਵੀ ਜੋ ਵੀ ਆਪਣਾ ਰੂਟ ਹੈਗਾ ਉਹ ਕਿੰਨਾ ਟਾਈਮ ਚੱਲੇਗਾ ਜਾਂ ਕਿੰਨੀ ਸੰਭਾਵਨਾ ਵੀ ਉਹਦੇ ਵਿੱਚ ਕੋਈ ਵੀ ਗਲਤੀ ਨਾ ਆਏਗੀ। ਸਟੇਬਿਲਿਟੀ ਦਾ ਮਤਲਬ ਕਿੰਨਾ ਆਪਣਾ ਜਿਹੜਾ ਰੂਟ ਆ ਉਹ ਸਟੇਬਲ ਹੋਏਗਾ। ਫੇਅਰਨੈਸ ਅਤੇ ਓਪਟੀਮਿਲਿਟੀ ਦਾ ਮਤਲਬ, ਫੇਅਰਨੈਸ ਦਾ ਮਤਲਬ ਵੀ ਕਿੰਨਾ ਇਹ ਆਪਣਾ ਰੂਟ ਹੈਗਾ ਫੇਅਰ ਹੋਏਗਾ ਬਾਕੀ ਹੋਰ ਰੂਟਸ ਨਾਲੋਂ। ਅਤੇ ਓਪਟੀਮਿਲਿਟੀ ਮਤਲਬ ਵੀ ਕਿੰਨੀ ਆਪਣੀ ਵਰਸਟ ਕੇਸ ਜਾਂ ਇਹਦਾ ਬੈਸਟ ਕੇਸ ਸਭ ਤੋਂ ਵਧੀਆ ਕਿਹੜੇ ਐਲਗੋਰਿਥਮ ਦਾ ਹੋਏਗਾ। ਉਸ ਤੋਂ ਬਾਅਦ ਹੁਣ ਆਪਾਂ ਦੇਖਾਂਗੇ ਜਿਹੜੇ ਆਪਣੇ ਰੂਟਿੰਗ ਐਲਗੋਰਿਥਮ ਨੇ ਕਿੰਨੇ ਹੁੰਦੇ ਹੈਗੇ। ਮੇਨ ਤੌਰ 'ਤੇ ਆਪਣੇ ਜੋ ਰੂਟਿੰਗ ਐਲਗੋਰਿਥਮ ਨੇ ਉਹ ਦੋ ਪ੍ਰਕਾਰ ਦੇ ਹੁੰਦੇ ਹੈਗੇ। ਪਹਿਲਾ ਹੁੰਦਾ ਇੱਕ ਨੌਨ ਅਡੈਪਟਿਵ, ਦੂਸਰਾ ਹੁੰਦਾ ਹੈਗਾ ਅਡੈਪਟਿਵ। ਹੁਣ ਜਿਹੜੇ ਨੌਨ ਅਡੈਪਟਿਵ ਹੁੰਦੇ ਆ ਇਹ ਕੀ ਹੁੰਦੇ ਆ? ਇਹ ਜਿਹੜੇ ਹੁੰਦੇ ਹੈਗੇ ਇਹਨਾਂ ਦਾ ਜਿਹੜਾ ਰੂਟਿੰਗ ਡਿਸੀਜਨ ਹੁੰਦੀਆਂ ਨੇਗੀਆਂ ਉਹ ਕਰੰਟ ਜੋ ਟ੍ਰੈਫਿਕ ਅਤੇ ਟੋਪੋਲੋਜੀ ਹੈਗਾ, ਕਰੰਟ ਟ੍ਰੈਫਿਕ ਐਂਡ ਟੋਪੋਲੋਜੀ, ਉਸ ਦੇ ਉੱਪਰ ਜਾਂ ਉਸ ਦੇ ਮੇਜਰਮੈਂਟ ਦੇ ਉੱਪਰ ਜਾਂ ਇਸ ਦੇ ਐਸਟੀਮੇਟ ਦੇ ਉੱਪਰ ਕੀ ਹੁੰਦੀਆਂ ਨੇ? ਬੇਸਡ ਨਹੀਂ ਹੁੰਦੀਆਂ। not based on measurement or estimates of current traffic and topology। ਹੁਣ ਜਿਹੜੀ ਇਹਦੇ ਵਿੱਚ ਚੋਇਸ ਹੁੰਦੀ ਆ ਰੂਟ ਦੀ ਉਹ ਹੁਣ ਕੀ ਹੁੰਦੀ ਹੈਗੀ? ਦਾ ਚੋਇਸ ਆਫ ਦਾ ਰੂਟ ਟੂ ਯੂਜ਼ ਟੂ ਗੈਟ ਫਰੋਮ I to J। ਜਦੋਂ ਵੀ ਇਹਨੇ I to J ਵਿੱਚ ਆਣਾ ਇਹ ਕੰਪਿਊਟਰ ਇਨ ਐਡਵਾਂਸ। ਜਦੋਂ ਵੀ ਮਤਲਬ ਆਪਾਂ ਸਟਾਰਟ ਕਰਨਾਗਾ ਇਹ ਮੇਨ ਚੀਜ਼ ਉਹੀ ਆ ਜਾਂਦੀ ਹੈ ਦੁਬਾਰਾ। ਜਦੋਂ ਵੀ ਆਪਣਾ ਨੈਟਵਰਕ ਆਪਣੀ ਜੋ ਟਰਾਂਸਮਿਸ਼ਨ ਹੈਗਾ ਕਿਸੇ ਪੈਕੇਟ ਦਾ ਸਟਾਰਟ ਕਰਨਾ, ਉਹ ਸਟਾਰਟਿੰਗ ਦੇ ਵਿੱਚ ਹੀ ਉਹ ਜਿਹੜਾ ਰੂਟ ਹੈਗਾ ਉਹ ਐਡਵਾਂਸ ਦੇ ਵਿੱਚ ਕੀ ਹੁੰਦਾ ਹੈਗਾ ਮਤਲਬ ਕੰਪਿਊਟ ਕਰ ਲਿਆ ਜਾਂਦਾ ਹੈਗਾ। ਕਿ ਮੰਨ ਲਓ ਆਪਾਂ ਸੋਚੀਏ ਆਪਾਂ ਮੈਂ ਕਿਤੇ ਕਿਸੇ ਜਗ੍ਹਾ 'ਤੇ ਆਣਾ, A ਜਗ੍ਹਾ ਤੋਂ B ਜਗ੍ਹਾ ਤੱਕ ਜਾਣਾ ਹੈਗਾ। ਸਟਾਰਟਿੰਗ ਦੇ ਵਿੱਚ ਮੈਂ ਸੋਚਾਂਗਾ ਕਿ ਮੈਂ ਜੇਕਰ A ਤੋਂ B ਤੱਕ ਜਾਣਾ ਹੈਗਾ ਤਾਂ ਇਹਦੇ ਵਿੱਚ ਮੈਂ ਆਹ ਫੋਲੋ ਕਰਾਂਗਾ, ਫਿਰ ਆਹ ਫੋਲੋ ਕਰਾਂਗਾ, ਫਿਰ ਇਹ ਫੋਲੋ ਕਰਾਂਗਾ। ਇਸ ਤਰੀਕੇ ਨਾਲ ਆਪਾਂ ਹੋ ਸਕਦਾ ਇਹਦੇ ਵਿੱਚ ਆਪਣੇ ਰੂਟ ਵੀ ਹੋਣ, ਹੋਰ ਆ ਵੀ ਹੋਣ। ਮੈਂ ਸਿਰਫ ਪਹਿਲਾਂ ਮੰਨ ਕੇ ਚੱਲਾਂਗਾ ਕਿ ਮੈਂ ਆਹ ਵਾਲਾ ਰੂਟ ਹੀ ਸਿਰਫ ਫੋਲੋ ਕਰਾਂਗਾ। ਅਤੇ ਜਦੋਂ ਵੀ ਇਹ ਨੈਟਵਰਕ ਆਪਣਾ ਸਟਾਰਟ ਹੁੰਦਾ ਉਦੋਂ ਹੀ ਇਹ ਕੀ ਹੁੰਦਾ? ਸਾਰਾ ਕੁਛ ਲੋਡ ਕਰ ਦਿੱਤਾ ਜਾਂਦਾ ਗਾ ਵੀ ਇਹੀ ਰਸਤਾ ਅਤੇ ਇਹੀ ਆਪਾਂ ਫੋਲੋ ਕਰਨਾ। ਹੁਣ ਇਸ ਪ੍ਰੋਸੀਜਰ ਨੂੰ ਸਟੈਟਿਕ ਰਾਊਟਿੰਗ ਵੀ ਕਿਹਾ ਜਾਂਦਾ। ਹੁਣ ਦੂਸਰਾ ਹੁੰਦਾ ਆਪਣਾ ਅਡੈਪਟਿਵ। ਅਡੈਪਟਿਵ ਦੇ ਵਿੱਚ ਕੀ ਹੁੰਦਾ ਗਾ? ਇਹਦੇ ਵਿੱਚ ਜਿਹੜੀ ਵੀ ਆਪਣੀ ਰੂਟਿੰਗ ਡਿਸੀਜਨ ਹੁੰਦੀਆਂ ਨੇਗੀਆਂ, ਜਦੋਂ ਵੀ ਆਪਣੀ ਟੋਪੋਲੋਜੀ ਦੇ ਵਿੱਚ ਕੋਈ ਬਦਲਾਅ ਹੁੰਦਾ ਗਾ, ਜਦੋਂ ਵੀ ਆਪਣੇ ਟ੍ਰੈਫਿਕ ਦੇ ਵਿੱਚ ਕੋਈ ਬਦਲਾਅ ਹੁੰਦਾ ਗਾ, ਤਾਂ ਜਿਹੜੀ ਇਹਦੇ ਵਿੱਚ ਰੂਟਿੰਗ ਦੀਆਂ ਡਿਸੀਜਨ ਹੁੰਦੀਆਂ ਨੇਗੀਆਂ ਵੀ ਕਿਹੜਾ ਆਪਾਂ ਰੂਟ ਫੋਲੋ ਕਰਨਾ, ਉਹ ਬਦਲ ਜਾਂਦੀਆਂ ਨੇਗੀਆਂ। ਅਡੈਪਟਿਵ ਦੇ ਵਿੱਚ ਜਿਹੜੇ ਆਪਣੇ ਐਲਗੋਰਿਥਮ ਨੇ ਇਹ ਕਿਸ ਤਰੀਕੇ ਨਾਲ ਦੂਸਰੇ ਜਿਹੜੇ ਆਪਣੇ ਨੋਨ ਅਡੈਪਟਿਵ ਨੇ ਉਹਨਾਂ ਤੋਂ ਡਿਫਰ ਕਰਦੇ ਆ? ਪਹਿਲਾਂ ਕੀ ਹੁੰਦਾ ਗਾ? ਪਹਿਲਾਂ ਇਹਦੇ ਵਿੱਚ ਪੁਆਇੰਟ ਹੁੰਦਾ ਗਾ ਕਿ ਇਹ ਜਿਹੜੀ ਆਪਣੀ ਇਨਫੋਰਮੇਸ਼ਨ ਆ ਕਿੱਥੋਂ ਲੈਂਦੇ ਆ, ਵੇਅਰ ਦੇ ਗੈਟ ਦੇਅਰ ਇਨਫੋ। ਇਹ ਆਪਣੀ ਇਨਫੋਰਮੇਸ਼ਨ ਕਿੱਥੋਂ ਲੈਂਦੇ ਆ? ਆਮ ਤੌਰ 'ਤੇ ਜਿਹੜੇ ਹੁੰਦੇ ਆ ਆਪਣੀ ਇਨਫੋਰਮੇਸ਼ਨ ਜਿਹੜੇ ਲੋਕਲੀ ਹੁੰਦੇ ਆ ਰੂਟਰ ਹੁੰਦੇ ਹੈਗੇ, ਨਾਲ ਵਾਲੇ ਰੂਟਰ ਹੁੰਦੇ ਹੈਗੇ, ਉਹਨਾਂ ਕੋਲੋਂ ਹੀ ਲੈਂਦੇ ਨੇਗੇ। ਜਾਂ ਫਿਰ ਹੋ ਸਕਦਾ ਵੀ ਇਹ ਜਿਹੜੇ ਬਾਕੀ ਸਾਰੇ ਗਲੋਬਲੀ ਰੂਟਰ ਹੋਣ ਉਹਨਾਂ ਤੋਂ ਵੀ ਲੈ ਸਕਦੇ ਆ। ਹੁਣ ਦੂਸਰਾ ਇਹਦੇ ਵਿੱਚ ਕੀ ਹੁੰਦਾ ਗਾ ਪੁਆਇੰਟ? ਵੈਨ ਦੇ ਚੇਂਜ ਦਾ ਰੂਟਰ। ਕਦੋਂ ਇਹ ਰੂਟ ਨੂੰ ਚੇਂਜ ਕਰ ਰਿਹਾ, ਕਿੰਨੇ ਟਾਈਮ ਬਾਅਦ ਚੇਂਜ ਕਰ ਰਿਹਾ? ਵੈਨ ਦੇ ਚੇਂਜ ਦਾ ਰੂਟਸ। ਕਦੋਂ ਇਹ ਆਪਣੇ ਜੋ ਰੂਟ ਨੇ ਉਹਨਾਂ ਨੂੰ ਬਦਲਦੇ ਆ। ਹੋ ਸਕਦਾ ਇੱਥੇ ਐਵਰੀ 30 ਸੈਕਿੰਡ ਹੋ ਸਕਦਾ ਵੀ ਇਹ ਇੰਨੇ ਸੈਕਿੰਡ ਬਾਅਦ ਬਦਲਣ,
ਵੀ ਜਦੋਂ ਵੀ ਆਪਣਾ ਜੋ ਲੋਡ ਆ ਉਹ ਬਦਲ ਰਿਹਾ ਜਾਂ ਫਿਰ ਜਦੋਂ ਵੀ ਆਪਣੀ ਟੋਪੋਲੋਜੀ ਆ ਉਹ ਬਦਲ ਰਹੀ ਆ। ਅਤੇ ਉਸ ਤੋਂ ਬਾਅਦ ਹੁਣ ਤੀਸਰਾ ਕੀ ਹੁੰਦਾ ਕਿ ਇਹਦੇ ਵਿੱਚ ਪੁਆਇੰਟ ਕਿ ਇਹ ਕਿਹੜੀ ਮੈਟ੍ਰਿਕਸ ਯੂਜ਼ ਕਰ ਰਿਹਾ ਆਪਟੀਮਾਈਜੇਸ਼ਨ ਦੇ ਲਈ, ਵਟ ਜਾਂ ਵਿਚ ਮੈਟ੍ਰਿਕ ਇਜ਼ ਯੂਜ਼ਡ ਫॉर ਆਪਟੀਮਾਈਜੇਸ਼ਨ, ਕਿਹੜੀ ਮੈਟ੍ਰਿਕਸ ਯੂਜ਼ ਕਰ ਰਿਹਾ। ਇਹਦੇ ਵਿੱਚ ਹੁਣ ਕੀ ਹੋ ਸਕਦੀ ਹੈ ਆਪਣੇ ਕੋਲ, ਜਾਂ ਡਿਸਟੈਂਸ ਹੋ ਸਕਦੀ ਹੈ, ਦੂਰੀ ਵਾਲੀ ਮੈਟ੍ਰਿਕਸ ਹੋ ਸਕਦੀ ਆ, ਨੰਬਰ ਆਫ ਹੋਪਸ ਕਿੰਨੀ ਆ ਆਪਣੇ ਨੈਟਵਰਕ ਦੇ ਵਿੱਚ ਹੋਪ ਨੇ, ਜਾਂ ਫਿਰ ਐਸਟੀਮੇਟਡ ਟ੍ਰਾਂਜਿਟ ਟਾਈਮ ਕਿੰਨਾ ਆਪਣਾ ਟ੍ਰਾਂਜੀਸ਼ਨ ਦੇ ਵਿੱਚ ਕਿੰਨਾ ਟਾਈਮ ਲੱਗੇਗਾ, ਜਾਂ ਫਿਰ ਉਹ ਕੀ ਹੋ ਸਕਦਾ ਗਾ ਇਹ ਵਾਲੀ ਜਿਹੜੀ ਆਪਣੀ ਮੈਟ੍ਰਿਕ ਆ ਉਸ ਨੂੰ ਯੂਜ਼ ਕਰ ਸਕਦੇ ਹਾਂ। ਇਹੀ ਸੀ ਸਭ ਕੁਛ ਜੋ ਆਪਾਂ ਰਾਊਟਿੰਗ ਐਲਗੋਰਿਥਮ ਵਿੱਚ ਕਰਨਾ ਸੀ। ਰਾਊਟਿੰਗ ਐਲਗੋਰਿਥਮ ਹੁੰਦੇ ਕਿਸ ਲਈ ਨੇ, ਕਿੰਨੇ ਟਾਈਪ ਦੇ ਹੁੰਦੇ ਆ ਅਤੇ ਉਹ ਕੀ ਉਹਨਾਂ ਦੇ ਵਿੱਚ ਅੰਤਰ ਹੁੰਦਾ।